ਇਹ ਪਾਵਨ ਪੌੜੀ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੱਲੋਂ ਉਚਾਰਨ ਕੀਤੀ ਹੋਈ ਹੈ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਆਪਣੀ ਜ਼ਿੰਦਗੀ ਦੇ ਕਾਰਜ ਸਵਾਰਨ ਦੀ ਜ਼ਿੰਮੇਵਾਰੀ ਦਿੱਤੀ ਹੈ ਕਿ ਮਨੁੱਖ ਆਪਣੀ ਜ਼ਿੰਦਗੀ ਨੂੰ ਸਵਾਰਨ ਦੇ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ। ਜੈਂਜ ਕਹਿ ਲਈਏ ਇੱਕ ਮਨੁੱਖ ਹੀ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਆਪ ਸਵਾਰ ਸਕਦਾ ਹੈ, ਆਪਣੀ ਜ਼ਿੰਦਗੀ ਨੂੰ ਸੁਚੱਜੀ ਬਣਾ ਸਕਦਾ ਹੈ। ਕਿਸੇ ਬੰਦੇ ਨੂੰ ਧੱਕੇ ਦੇ ਨਾਲ ਮਨਾਇਆ ਨਹੀਂ ਜਾ ਸਕਦਾ, ਧੱਕੇ ਦੇ ਨਾਲ ਕਿਸੇ ਦੀ ਜ਼ਿੰਦਗੀ ਨੂੰ ਸਵਾਰਿਆ ਨਹੀਂ ਜਾ ਸਕਦਾ। ਦੂਜੇ ਨੂੰ ਰਾਹ ਦੱਸਿਆ ਜਾ ਸਕਦਾ ਹੈ, ਪਰ ਉਹਦੇ ਉੱਤੇ ਤੁਰਨਾ ਨੂੰ ਆਪ ਪਵੇਗਾ। ਹੁਣ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਪੌੜੀ ਦੇ ਕੇਂਦਰੀ ਭਾਵ ਦੇ ਵਿੱਚ ਫਰਮਾਇਆ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ। ਜਿਸ ਅਕਾਲ ਪੁਰਖ ਦੇ ਦਿੱਤੇ ਹੋਏ ਇਹ ਪ੍ਰਾਣ ਨੇ, ਇਹ ਜਿੰਦ ਹੈ, ਇਹ ਸੋਹਣਾ ਸਰੀਰ ਹੈ, ਉਸ ਅਕਾਲ ਪੁਰਖ ਨੂੰ ਕਦੇ ਭੁਲਾਉਣਾ ਨਹੀਂ ਚਾਹੀਦਾ। ਹੁਣ ਜਦੋਂ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਵਚਨਾਂ ਨੂੰ ਪੜ੍ਹਦੇ ਹਾਂ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬੜਾ ਸੋਹਣਾ ਫਰਮਾਇਆ। ਜਿਵੇਂ ਆਮ ਹੀ ਸਮਾਜ ਦੇ ਵਿੱਚ ਕਈ ਮਨੁੱਖ ਇਹੋ ਜਿਹੇ ਮਿਲ ਜਾਂਦੇ ਨੇ ਜਿਹੜੇ ਆਨੇ ਬਹਾਨੇ ਲਾਉਂਦੇ ਨੇ ਕਿ ਸਾਡੇ ਕੋਲ ਆਪਣਾ ਘਰ ਨਹੀਂ ਹੈ, ਸਾਡੇ ਕੋਲ ਪੈਸਾ ਨਹੀਂ ਹੈ, ਅਸੀਂ ਅਕਾਲ ਪੁਰਖ ਨੂੰ ਚੇਤੇ ਕਿਸ ਤਰ੍ਹਾਂ ਕਰੀਏ। ਪਰ ਜਿਨ੍ਹਾਂ ਦੇ ਕੋਲ ਸਭ ਕੁਝ ਹੈ ਉਹ ਵੀ ਅਕਾਲ ਪੁਰਖ ਨੂੰ ਚੇਤੇ ਨਹੀਂ ਕਰਦੇ। ਤਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ, ਪਾਤਸ਼ਾਹ ਜੀ ਕਹਿਣ ਲੱਗੇ, ਧੰਨ ਧੰਨ ਸੰਪੈ ਸੁਖ ਦਿਓ ਅਰਜੇ ਨੀਕੇ ਧਾਮ ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੀ ਨਾ ਰਾਮ। ਸਰੀਰ ਵੀ ਸਵਸਥ ਹੈ, ਕੋਈ ਰੋਗ ਨਹੀਂ ਹੈ, ਘਰ ਵੀ ਆਪਣਾ ਸੋਹਣਾ ਹੈ, ਜਾਇਦਾਦ ਪੂੰਜੀ ਵੀ ਹੈ। ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੀ ਨਾ ਰਾਮ। ਹੇ ਬੁਰਾਈ ਦੇ ਵਿੱਚ ਉਲਝੇ ਹੋਏ ਮਨੁੱਖ, ਹਜੇ ਵੀ ਤੂੰ ਅਕਾਲ ਪੁਰਖ ਨੂੰ ਚੇਤੇ ਨਹੀਂ ਕਰਦਾ, ਸਿਮਰਤ ਕਾਹੀ ਨਾ ਰਾਮ। ਹੁਣ ਕਿਹੜਾ ਤੇਰੇ ਕੋਲ ਬਹਾਨਾ ਹੈ? ਮਨੁੱਖ ਰੱਬ ਨੂੰ ਚੇਤੇ ਨਹੀਂ ਕਰਦਾ, ਅਕਾਲ ਪੁਰਖ ਦੇ ਨਾਲ ਜੁੜਦਾ ਨਹੀਂ ਹੈ, ਉਸ ਨੂੰ ਭੁਲਾ ਦਿੰਦਾ ਹੈ, ਸਾਰੀ ਜ਼ਿੰਦਗੀ ਲੰਘ ਜਾਂਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਨੇ ਪਾਵਨ ਬਾਣੀ ਦੇ ਵਿੱਚ ਇਹ ਵੀ ਪਾਵਨ ਬੋਲ ਦਰਜ ਕੀਤੇ, ਖਾਂਦਿਆਂ ਖਾਂਦਿਆਂ ਮੂੰਹ ਇਕੱਠਾ ਪਹਿਨੰਦਿਆਂ ਸਭ ਅੰਗ ਨਾਨਕ ਤ੍ਰਿਗ ਤਿਨਾਂ ਦਾ ਜੀਵਿਆ ਜਿਨ ਸੱਚ ਨਾ ਲਾਗੋ ਰੰਗ। ਕਿ ਸਾਰੀ ਉਮਰ ਖਾਂਦਿਆਂ ਲੰਘ ਗਈ, ਦੰਦ ਘਸ ਗਏ, ਮੂੰਹ ਘਸ ਗਿਆ, ਇਹ ਸਰੀਰ ਜਿਹੜਾ ਘਸ ਗਿਆ, ਕੱਪੜੇ ਪਹਿਨਦਿਆਂ ਨਾਨਕ ਤ੍ਰਿਗ ਤਿਨਾਂ ਦਾ ਜੀਵਿਆ। ਕਹਿੰਦੇ ਉਹਨਾਂ ਦਾ ਜੀਵਨ ਲਾਂਭਤ ਜੋਗ ਹੈ, ਫਟਕਾਰ ਜੋਗ ਹੈ, ਜਿਨ ਸੱਚ ਨਾ ਲਾਗੋ ਰੰਗ। ਜਿਨ੍ਹਾਂ ਨੂੰ ਸੱਚ ਦੇ ਨਾਲ ਹਜੇ ਰੰਗ ਨਹੀਂ ਲੱਗਾ, ਜਿਨ੍ਹਾਂ ਦੇ ਜੀਵਨ ਦੇ ਵਿੱਚ, ਜਿਹੜੇ ਹਜੇ ਸੱਚ ਦੇ ਨੇੜੇ ਨਹੀਂ ਹੋਏ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਸੱਚ ਨੂੰ ਕਮਾਇਆ ਨਹੀਂ, ਉਹਨਾਂ ਦਾ ਜੀਵਨ ਲਾਂਭਤ ਜੋਗ ਹੈ। ਹੁਣ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਫਰਮਾਇਆ, ਜਿਸਕੇ ਜੀ ਪ੍ਰਾਣ ਕਿਉਂ ਸਾਹਿਬ ਮਨੋ ਵਿਸਾਰੀ ਹੈ। ਅਸੀਂ ਜਿੱਥੇ ਪਾਤਸ਼ਾਹ ਜੀ ਦੇ ਪਾਵਨ ਵਚਨ ਪੜ੍ਹਦੇ, ਤਨ ਮਨ ਧਨ ਸਭ ਤਿਸਕਾ ਸੋਈ ਸੁਘਾੜ ਸੁਜਾਨੀ। ਤਿਨ ਹੀ ਸੁਣਿਆ ਦੁੱਖ ਸੁਖ ਮੇਰਾ ਤਾਉ ਬਿਦ ਨੀਕੀ ਖਟਾਨੀ। ਜੀ ਕੀ ਏਕੈ ਹੀ ਪਹਿਮਾਨੀ ਅਵਰ ਜਤਨ ਕਰ ਰਹੀ ਬਹੁ ਤੇਰੇ ਤਿਨ ਤਿਲ ਨਹੀਂ ਕੀਮਤ ਜਾਨੀ। ਤਨ ਮਨ ਧਨ ਸਭ ਤਿਸਕਾ ਸੋਈ ਸੁਘਾੜ ਸੁਜਾਨੀ। ਤੇ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਜਿਸਕੇ ਜੀ ਪ੍ਰਾਣ ਕਿਉ ਸਾਹਿਬ ਮਨੋ ਵਿਸਾਰੀ। ਜਾਂ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਫਰਮਾਇਆ, ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕ ਕੀ ਅਰਦਾਸ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਰਮਾਇਆ, ਜਿਸਕੀ ਜੀ ਪ੍ਰਾਣ ਕਿਉਂ ਸਾਹਿਬ ਮਨੋ ਵਿਸਾਰੀਏ। ਜਿਸ ਅਕਾਲ ਪੁਰਖ ਦੀ ਦਿੱਤੀ ਹੋਈ ਇਹ ਜਿੰਦ ਹੈ, ਇਹ ਸੋਹਣਾ ਸਰੀਰ ਹੈ, ਉਸ ਅਕਾਲ ਪੁਰਖ ਨੂੰ ਕਦੇ ਭੁਲਾਉਣਾ ਨਹੀਂ ਚਾਹੀਦਾ। ਆਪਣਾ ਹੱਥੀਂ ਆਪਣਾ ਆਪ ਹੀ ਕਾਜ ਸਵਾਰੀਏ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਕਿ ਮਨੁੱਖ ਆਪਣੀ ਜ਼ਿੰਦਗੀ ਨੂੰ ਆਪ ਸਵਾਰ ਸਕਦਾ ਹੈ, ਕੋਈ ਦੂਜਾ ਜ਼ਿੰਦਗੀ ਨਹੀਂ ਸਵਾਰ ਸਕਦਾ। ਹੁਣ ਦੇਖੋ, ਕਿਸੇ ਨੂੰ ਘਰ ਤਿਆਰ ਕਰਕੇ ਦਿੱਤਾ ਜਾ ਸਕਦਾ, ਪਰ ਉਸ ਘਰ ਨੂੰ ਸਫਲ ਕਿਸ ਤਰ੍ਹਾਂ ਬਣਾਉਣਾ ਹੈ?
ਇਹ ਤਾਂ ਉਸ ਨੂੰ ਆਪ ਹੀ ਵੇਖਣਾ ਪਵੇਗਾ ਕਿ ਮੈਂ ਘਰ ਕਿਸ ਤਰ੍ਹਾਂ ਬਣਾਉਣਾ, ਸਫਲ ਕਿਸ ਤਰ੍ਹਾਂ ਬਣਾਉਣਾ। ਇਮਾਰਤ ਖੜੀ ਕਰਕੇ ਦੇ ਦਿੱਤੀ ਕਿਸੇ ਨੂੰ, ਕਿਸ ਨੂੰ ਕਾਰੋਬਾਰ ਆਰੰਭ ਕਰਕੇ ਸ਼ੁਰੂ ਕਰਕੇ ਦਿੱਤਾ ਜਾ ਸਕਦਾ, ਉਸ ਕਾਰੋਬਾਰ ਨੂੰ ਸਫਲ ਕਿਸ ਤਰ੍ਹਾਂ ਕਰਨਾ, ਉਸ ਦੇ ਵਿੱਚ ਸਫਲਤਾ ਕਿਸ ਤਰ੍ਹਾਂ ਪ੍ਰਾਪਤ ਕਰਨੀ ਹੈ, ਇਹ ਤਾਂ ਉਸ ਨੂੰ ਆਪ ਹੀ ਆਪਣੇ ਦਿਮਾਗ ਦੇ ਨਾਲ ਸੋਚਣਾ ਪਵੇਗਾ। ਇਸ ਨੂੰ ਆਪ ਮਿਹਨਤ ਕਰਨੀ ਪਵੇਗੀ, ਮੈਂ ਸਫਲ ਕਰਨਾ ਕਿਸ ਤਰ੍ਹਾਂ ਹੈ। ਹੁਣ ਕਿਸੇ ਬੰਦੇ ਨੂੰ ਥਾਲੀ ਦੇ ਵਿੱਚ ਪ੍ਰਸ਼ਾਦਾ ਤਿਆਰ ਕਰਕੇ ਦਿੱਤਾ ਜਾ ਸਕਦਾ ਹੈ, ਪਰ ਖਾਣਾ ਤਾਂ ਉਸ ਨੂੰ ਆਪ ਪਵੇਗਾ। ਹੁਣ ਦੇਖੋ, ਜਦੋਂ ਬੰਦਾ ਬਿਮਾਰ ਹੋ ਜਾਂਦਾ ਹੈ, ਤੇ ਜਦੋਂ ਬੰਦਾ ਬਿਮਾਰ ਹੁੰਦਾ, ਜਦੋਂ ਕੋਈ ਦੂਜਾ ਉਸ ਨੂੰ ਭੋਜਨ ਛਕਾਉਂਦਾ ਹੈ, ਜਿੰਨੀ ਬੋਡੀ ਨੂੰ ਖੁਰਾਕ ਚਾਹੀਦੀ ਆ ਉਹ ਖੁਰਾਕ ਬੋਡੀ ਨੂੰ ਮਿਲ ਨਹੀਂ ਪਾਉਂਦੀ, ਕਿਉਂਕਿ ਜਦੋਂ ਤੰਦਰੁਸਤ ਸੀ, ਆਪ ਖਾਂਦਾ ਸੀ, ਪੀਂਦਾ ਸੀ, ਪ੍ਰਸ਼ਾਦਾ ਛਕਦਾ ਸੀ, ਫਲ ਫਰੂਟ ਖਾਂਦਾ ਸੀ, ਸਰੀਰ ਨੂੰ ਉਹ ਖੁਰਾਕ ਮਿਲ ਰਹੀ ਸੀ ਜਿੰਨੀ ਚਾਹੀਦੀ ਸੀ। ਪਰ ਜਦੋਂ ਬਿਮਾਰ ਹੋਇਆ, ਜਦੋਂ ਕੋਈ ਦੂਜਾ ਖਵਾ ਰਿਹਾ ਨਾ, ਉਹ ਖੁਰਾਕ ਨਹੀਂ ਮਿਲ ਰਹੀ, ਤੇ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਕਿ ਹੁਣ ਤਾਂ ਬਸ 2 ਕੁ ਬੂੰਦਾਂ ਅੰਦਰ ਚਲੀਆਂ ਜਾਣ ਤਾਂ ਠੀਕ ਹੈ, ਹੁਣ ਆਗਾ ਕੁਝ ਲੰਘਦਾ ਹੀ ਨਹੀਂ, ਉਹ ਖੁਰਾਕ ਉਸ ਨੂੰ ਪ੍ਰਾਪਤ ਨਹੀਂ ਹੁੰਦੀ ਤੇ ਬੰਦਾ ਨਿਢਾਲ ਹੋ ਜਾਂਦਾ। ਹੁਣ ਜੇਕਰ ਇਸੇ ਤਰ੍ਹਾਂ ਬੰਦਾ ਆਪਣੀ ਖੁਸ਼ੀ ਦੇ ਨਾਲ, ਆਪਣੀ ਚਾਹ ਦੇ ਨਾਲ ਜੇਕਰ ਕੋਈ ਕੰਮ ਕਰੇ ਤਾਂ ਉਹਦੇ ਵਿੱਚ ਸਫਲਤਾ ਪ੍ਰਾਪਤ ਹੋ ਜਾਂਦੀ ਹੈ, ਤੇ ਜੇਕਰ ਨਹੀਂ ਕਰਦਾ ਤਾਂ ਉਹਦੇ ਵਿੱਚ ਕੋਈ ਸਫਲਤਾ ਪ੍ਰਾਪਤ ਨਹੀਂ ਹੁੰਦੀ। ਬੱਚਾ ਸਕੂਲ ਦੇ ਵਿੱਚ ਮਾਂ ਪਿਓ ਛੱਡ ਕੇ ਆਉਂਦਾ ਹੈ, ਰੋਂਦਾ ਹੈ ਬੱਚਾ, ਤੇ ਜੇਕਰ ਸਾਰੀ ਉਮਰ ਇਸ ਤਰ੍ਹਾਂ ਕੀਤੀ ਜਾਵੇ ਤਾਂ ਬੱਚਾ ਕਦੇ ਪੜ੍ਹ ਹੀ ਨਹੀਂ ਸਕਦਾ। ਕਦੋਂ ਤੱਕ ਮਾਂ ਪਿਓ ਬੱਚੇ ਨੂੰ ਸਕੂਲ ਛੱਡ ਕੇ ਆਉਂਦੇ ਰਹਿਣਗੇ। ਜੇਕਰ ਆਪਣੀ ਚਾਹ ਦੇ ਨਾਲ ਜਾਵੇਗਾ ਕਿ ਮੈਂ ਪੜ੍ਹਨਾ ਹੈ ਤਾਂ ਉਸ ਨੂੰ ਸਫਲਤਾ ਪ੍ਰਾਪਤ ਹੋਵੇਗੀ ਵਿੱਚੋਂ। ਇਸੇ ਤਰ੍ਹਾਂ ਇਸ ਨੂੰ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਵੀ ਆਖਿਆ ਕਿ ਬੱਧਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ, ਕਿ ਬੱਧਾ ਚੱਟੀ ਦੇ ਨਾਲ ਜਿਹੜਾ ਬੰਦਾ ਕੰਮ ਕਰਦਾ ਉਹਦੇ ਵਿੱਚ ਕੁਝ ਪ੍ਰਾਪਤ ਨਹੀਂ ਹੁੰਦਾ। ਹੁਣ ਕਈ ਬੰਦੇ ਨੇ ਸੈਰ ਸਵੇਰੇ 7-8 ਕਿਲੋਮੀਟਰ ਤੱਕ, ਇੱਥੇ ਵੀ ਆਪਾਂ ਵੀ ਕਰਨ ਜਾਂਦੇ ਹਾਂ, ਕਿ ਬੰਦਾ ਅੱਕਦਾ ਥੱਕਦਾ ਨਹੀਂ ਹੈ ਜਦੋਂ ਮਨ ਦੀ ਖੁਸ਼ੀ ਦੇ ਨਾਲ ਸੈਰ ਕਰਨ ਜਾ ਰਿਹਾ। ਪਰ ਜਦੋਂ ਕੋਈ ਕੰਮ ਕਹਿ ਦੇਵੇ ਕਿ ਫਲਾਣੀ ਥਾਂ ਤੋਂ ਆ ਸਮਾਨ ਲੈ ਕੇ ਆਉਣਾ, 2 ਕਿਲੋਮੀਟਰ ਤੇ ਘਰ ਹੈ ਤੇ ਜਾਣਾ ਵੀ ਤੁਰ ਕੇ, ਤੇ ਬੰਦਾ ਰਸਤੇ 'ਚ ਲਿਫਟ ਭਾਲਦਾ ਹੈ, ਕੋਈ ਸਾਧਨ ਭਾਲਦਾ ਹੈ ਕਿ ਮੈਂ ਚੜ੍ਹ ਕੇ ਇਸ ਦੇ ਨਾਲ ਚਲਾ ਜਾਵਾਂ। ਦੂਜਾ ਬੰਦਾ ਕਹਿੰਦਾ ਕਿ ਸਵੇਰੇ ਤੂੰ ਇੰਨਾ ਲੰਮਾ ਸਫ਼ਰ ਕਰਕੇ ਆਉਣਾ, ਸੈਰ ਕਰਕੇ ਆਉਣਾ, ਤੇ ਹੁਣ ਤੇਰੇ ਕੋਲ 2 ਕਿਲੋਮੀਟਰ ਹੀ ਤੁਰਿਆ ਜਾ ਰਿਹਾ, ਕਿਉਂਕਿ ਉਹ ਮਨ ਦੀ ਖੁਸ਼ੀ ਨਾਲ ਗਿਆ ਸੀ, ਬੱਧਾ ਚੱਟੀ ਦੇ ਨਾਲ ਆ ਰਿਹਾ। ਪਾਤਸ਼ਾਹ ਜਿਸ ਨੂੰ ਬੱਧਾ ਚੱਟੀ ਆਖਿਆ ਹੈ। ਘਰਾਂ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ, ਜੇਕਰ ਘਰ ਦੇ ਵਿੱਚ ਅਸੀਂ ਖੁਸ਼ੀ ਦੇ ਨਾਲ ਸਫਾਈ ਕਰਦੇ ਹਾਂ ਤਾਂ ਬੰਦਾ ਅੱਕਦਾ ਥੱਕਦਾ ਨਹੀਂ ਹੈ। ਜੇਕਰ ਮਨ ਨਾ ਕਰਦਾ ਹੋਵੇ ਤਾਂ ਬੰਦਾ ਅੱਕ ਵੀ ਜਾਂਦਾ ਹੈ, ਥੱਕ ਵੀ ਛੇਤੀ ਜਾਂਦਾ, ਤੇ ਸਫਾਈ ਵੀ ਘਰ ਦੇ ਵਿੱਚ ਚੱਜ ਤਰ੍ਹਾਂ ਨਹੀਂ ਹੁੰਦੀ। ਹੁਣ ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖੇ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਆ, ਕੋਈ ਦੂਜਾ ਸਾਡੇ ਮਨ ਦੇ ਕਾਜ ਨੂੰ ਸਵਾਰ ਨਹੀਂ ਸਕਦਾ। ਹੁਣ ਕਾਜ ਵੀ 2 ਤਰ੍ਹਾਂ ਦੇ ਨੇ, ਇੱਕ ਸਰੀਰ ਦਾ ਕਾਰਜ, ਦੂਜਾ ਹੈਗੇ ਮਨ ਦੇ। ਸਰੀਰ ਦਾ ਕਾਰਜ ਖੇਤੀ ਕਰਨੀ, ਪੈਸਾ ਕਮਾਉਣਾ, ਘਰ ਦੇ ਵਿੱਚ ਜਿਹੜਾ ਸੁੱਖ ਸਹੂਲਤਾਂ ਨੇ ਜਿਹੜੀਆਂ, ਜਾਂ ਜਿਹੜੇ ਸਰੀਰ ਦੀਆਂ ਲੋੜਾਂ ਨੇ, ਏਸੀ ਹੈ ਜਾਂ ਰੂਮ ਹੀਟਰ ਨੇ, ਇਹ ਨੇ ਸਰੀਰ ਦੀਆਂ ਲੋੜਾਂ, ਇਹ ਹੈ ਸਰੀਰ ਦੇ ਕਾਰਜ ਬੰਦਾ ਕਰਦਾ ਤੇ ਪ੍ਰਾਪਤ ਕਰ ਲੈਂਦਾ। ਹੁਣ ਮਨ ਦੇ ਕਾਰਜ ਕਿਹੜੇ ਨੇ? ਮਨ ਦਾ ਕਾਰਜ ਹੈਗਾ ਅੱਖਾਂ ਦਾ ਚੰਗਾ ਵੇਖਣਾ, ਕੰਨਾਂ ਨੇ ਚੰਗਾ ਸੁਣਨਾ, ਜੀਭ ਨੇ ਚੰਗਾ ਬੋਲਣਾ, ਹੱਥਾਂ ਨੇ ਚੰਗਾ ਕਰਨਾ, ਇਹ ਪੈਰਾਂ ਨੇ ਸਹੀ ਰਸਤੇ ਤੁਰਨਾ, ਇਹ ਹੈਗੇ ਨੇ ਮਨ ਦੇ ਕਾਰਜ। ਹੁਣ ਗੁਰਬਾਣੀ ਦੇ ਵਿੱਚ ਮਨ ਨੂੰ ਰਾਜਾ ਆਖਿਆ, ਮਨ ਨੂੰ ਸੁਲਤਾਨ ਆਖਿਆ। ਜੇਕਰ ਇਹ ਮਨ ਠੀਕ ਹੋ ਜਾਵੇ ਤਾਂ ਇਹ ਮਨ ਦੇ ਜਿਹੜੇ ਕਾਜ ਨੇ ਇਹ ਵੀ ਠੀਕ ਹੋ ਜਾਣਗੇ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿ ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ, ਮਨੁੱਖ ਆਪਣੀ ਜ਼ਿੰਦਗੀ ਨੂੰ ਆਪ ਸਵਾਰ ਸਕਦਾ ਹੈ। ਇਹ ਜ਼ਿੰਮੇਵਾਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਦਿੱਤੀ ਹੈ। ਤੇ ਜੇਕਰ ਸਵਾਰ ਲਵੇਗਾ ਤਾਂ ਜਿਸ ਨੂੰ ਗੁਰਬਾਣੀ ਦੇ ਵਿੱਚ ਆਖਿਆ ਨਾ, ਆਪ ਸਵਾਰਾ ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਇਆ ਸਭ ਜਗ ਤੇਰਾ ਹੋਏ। ਆਪ ਸਵਾਰਾ ਮੈਂ ਮਿਲਾਂ, ਆਪਣੇ ਆਪ ਨੂੰ ਸਵਾਰ, ਆਪਣ ਹੱਥੀਂ ਆਪਣਾ ਆਪੇ ਹੀ ਕਾਜ, ਦੂਜਿਆਂ ਤੇ ਨਿਰਭਰ ਨਾ ਹੋ। ਦੂਜਿਆਂ ਤੇ ਨਿਰਭਰ ਹੋਏਗਾ ਤਾਂ ਕੁਝ ਤੈਨੂੰ ਪ੍ਰਾਪਤ ਨਹੀਂ ਹੋਣਾ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ ਹੈ। ਕਾਜ ਕਿਹੜਾ? ਮਨ ਦੇ, ਅੱਖਾਂ ਨੇ ਚੰਗਾ ਵੇਖਣਾ। ਤੇ ਜਦੋਂ ਇਹ ਕਾਜ ਤੂੰ ਸਵਾਰ ਲਿਆ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਤੇਰਾ ਜੀਵਨ, ਤੇਰੀ ਜ਼ਿੰਦਗੀ ਹੈ ਜਿਹੜੀ ਉਹ ਬੜੀ ਸੋਹਣੀ ਬਣ ਜਾਵੇ, ਖੂਬਸੂਰਤ ਤੇਰਾ ਜੀਵਨ ਬਣ ਜਾਏਗਾ। ਹੁਣ ਪਹਿਲੀ ਪੰਕਤੀ ਦੇ ਵਿੱਚ
ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਫਰਮਾਇਆ, ਆਪੇ ਹੀ ਕਰਨਾ ਕੀਓ ਕਲ ਆਪੇ ਹੀ ਤੈਂ ਧਾਰੀ ਹੈ। हे प्रभु, तू आप ही सारी सृष्टि रची है, तू आप ही इस विच अपनी सत्या पाई है। हुण असीं जदों आशा की वार पावन बाणी दी विचार आरंभ कीता सी, पहली पौड़ी गुरु नानक साहब महाराज जी की विचारी सी, आपी ने आप साजियो आपी ने रचियो नाओ, दुई कुदरत साजिए कर आसन डिठो चाओ, दाता करता आप तू तुस देवें करें पसाओ, तू जानोई सब से दिल ऐसा जिंद कवाओ कर आसन डिठो चाओ। जब गुरबाणी विचों गुरु अर्जन साहब महाराज के पावन वचन पढ़ते हैं, तुम दाते ठाकुर प्रतिपालक नायक खसम हमारे, निमक निमक तुम ही प्रतिपालो, हम बारिक तुमरे धारे, जहिवा एक कवन गुण कहिए, बेशुमार बेअंत स्वामी, तिरुअंत ना किन्ही लही है। हुण गुरु नानक साहब महाराज ने कहा, आपी ने आप साजियो आपी ने रचियो नाओ, दुई कुदरत साजिए कर आसन डिठो जाओ। इत्थे गुरु नानक साहब महाराज ने आखे, आपे ही करना कीओ कल आपे ही तै धारी है। देखें कीता है अपना, तू सर्व व्यापक होके अपने कीते नूं वेख भी रहा है, उसनूं चला भी रहा है। हुण कई बार कई कह दिंदे ने कि असीं रब विखावांगे, रब किदां दा उसनूं देखिया तां नहीं जा सकदा, उसनूं महसूस कीता जा सकदा। हुण कुछ चीज़ां इहो जिहियां हुंदियां ने जिहड़ियां दिसदियां नहीं, उन्हां नूं महसूस करना पैंदा है। किवें हुण हवा है जिहड़ी वो दिसदी नहीं, असीं महसूस करते हैं, असीं बोलते हैं, साडी आवाज़ नूं असीं सुणदे हैं, महसूस करते हैं कोई बोल रहा पर वो दिसदी नहीं है। हुण जेकर कोई बंदा कहे कि मैं तो तेरी गल दी यकीन फिर करांगा, जो तू बोल रहा है तेरी आवाज़ मैनूं दिखेगी, तेरी गल ते मैं यकीन करांगा, तो आवाज़ तो कहीं दिसदी नहीं है, सुगंधी है, असीं महसूस करते हैं, सूंघने पर वो दिखती नहीं है। इसे तरह ही शरीर के अंदर कोई दर्द हो रहा, सिर दर्द है, वो दर्द सानू दिखती नहीं है। हुण पत्थरी की दर्द है, पित्ते दे विच है, गुरदे दे विच है, एक्सरे दे विच पत्थरी तो आ सकती है, पर दर्द नूं तो एक्सरे दे विच नहीं लिआंदा जा सकदा। हुण डॉक्टर कहे कि पहला तेरी दर्द सिर दी है जां ढिड दी है, मैनूं नज़र आवेगी, दिखेगी, तैनूं दवाई देंगा, वो तो कभी नज़र नहीं आ सकती। हुण इस तरह अकाल पुरख नूं महसूस किया जा सकदा हमेशा साडे अंग संग, जिसनूं गुरबाणी दे विच आखिया सी, गुर मेरा संग सदा है नाले। जा पातशाह जी ने आखिया, मन तू जोत स्वरूप है अपना मूल, पछाण मन हर जी तेरा नाल है, गुरमती रंग मान अकाल पुरख हमेशा साडे नाल है। जिवें जदों टीचर स्टूडेंट नूं पढ़ाउण लई आउंदा है, वो रोजाना नहीं पढ़ता, कि रोजाना किताब नूं पढ़ता नहीं है, उसनूं नाल लै के इन्हां दा रोजाना स्टडी नहीं करता, उन्हें सिੱਖਿਆ ਨੂੰ इस दिमाग ਦੇ ਵਿੱਚ ਬਿਠਾਇਆ ਹੁੰਦਾ, ਇੱਥੇ ਸਿੱਖਿਆ ਬਿਠਾਈ ਹੁੰਦੀ ਹੈ। हाँ किताब जरूर नाम रखता, माड़ा मोटा देखता जो सिलेबस बच्चों को कराया जाता है, पर दिमाग दे सब कुछ है, इत्थे ब्रेन दे विच है सब कुछ। इस तरह आकार पुरख साडे नाल है, उसनूं महसूस करना पवेगा कि हरेक थां ते अकाल पुरख जी साडे नाल ने, गुर मेरा संग सदा है नाले। जेकर मनुख इस गल नूं जान लवे, महसूस कर लवे, तो मनुख माड़े काम करने आप ही छड़ देवेगा। हुण गुरु नानक साहब महाराज ने फरमाया, आपे ही करना कीओ कल आपे ही तै धारी है। हे अकाल पुरख परमात्मा जी, तुसीं आप ही सारी सृष्टि रची है, ते अपनी सत्या भी आप ही विच टिकाई हुई है। देखें कीता अपना धर कच्ची पक्की सारी है। हे अकाल पुरख परमात्मा जी, तुसीं इस सृष्टि नूं वेख भी रहे हो, इस दी संभाल भी कर रहे हो। देखें कीता है अपना धर कच्ची पक्की सारी है। कच्ची पक्की सारी है दा मतलब है चंगे ते मंदे जीव। इस अकाल पुरख की बनाई हुई सृष्टि दे विच चंगे ते मंदे हरेक प्रकार के मनुख रहिंदे ने। उस दे हुक्म दे विच जिहड़ा मनुख मंदे कर्म करता है, उसनूं मंदा नतीजा प्राप्त हो जाता है, रिजल्ट नतीजा माड़ा मिलता है। जिहड़ा चंगे करता है, उसनूं नतीजा चंगा प्राप्त हो जाता है। देखें कीता अपना धर कच्ची पक्की सारी है, जो आया सो चल सी, सब कोई आई वारी है। गुरु नानक साहब महाराज जी कहते, जिहड़ा मनुख संसार दे विच आया है, उसने एक दिन जाना भी है।
ਜਿਸ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਖਿਆ ਸੀ, ਜੋ ਉਪਜਿਓ ਸੋ ਬਿਨਸ ਹੈ ਪਰੋਂ ਆਜ ਕੈ ਕਾਲ, ਨਾਨਕ ਹਰਿ ਗੁਣ ਗਾਇਲੇ ਛਾੜ ਸਗਲ ਜੰਜਾਲ। ਇੱਕ ਦਰਖਤ ਅੱਜ ਹੈ, ਕੱਲ ਨੂੰ ਕੱਟਿਆ ਵੀ ਜਾ ਸਕਦਾ ਹੈ। ਉਸ ਦੀ ਜਦੋਂ ਪੂਰੀ ਹੋ ਗਈ ਹੈ, ਉਮਰ ਪੂਰੀ ਹੋ ਗਈ, ਜੋ ਦਰਖਤ ਹੈ ਉਸਨੇ ਇੱਕ ਦਿਨ ਬਿਨਸਣਾ ਵੀ। ਇਸੇ ਤਰ੍ਹਾਂ ਜਿਹੜੀ ਚੀਜ਼ ਸੰਸਾਰ ਦੇ ਅੰਦਰ ਪੈਦਾ ਹੋਈ ਹੈ, ਇੱਕ ਨਾ ਇੱਕ ਦਿਨ ਬਿਨਸੇਗੀ। ਕੁਦਰਤ ਵੀ ਬਿਨਸਣਹਾਰ ਹੈ, ਪਰ ਅਕਾਲ ਪੁਰਖ ਹੈ ਜਿਹੜਾ ਉਹ ਅਬਿਨਾਸ਼ੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਜੋ ਆਇਆ ਸੋ ਚੱਲ ਸੀ। ਜਾਂ ਪਾਤਸ਼ਾਹ ਜੀ ਦੇ ਪਾਵਨ ਬਚਨ ਪੜ੍ਹਦੇ ਹਾਂ, ਭੀਤ ਉਪਰੇ ਕੇਤਕ ਧਾਗੇ ਅੰਤ ਔਰ ਕੁਆ। ਇਹ ਜ਼ਿੰਦਗੀ ਇੱਕ ਦੀਵਾਰ ਦੀ ਤਰ੍ਹਾਂ ਹੈ। ਜਿਵੇਂ ਕੋਈ ਬੱਚਾ ਦੀਵਾਰ ਦੇ ਉੱਤੇ, ਕੰਧ ਦੇ ਉੱਤੇ ਦੌੜਦਾ ਹੋਵੇ ਤਾਂ ਉਸ ਕੰਧ ਦਾ ਇੱਕ ਦਿਨ ਅੰਤ ਤਾਂ ਆਵੇਗਾ ਹੀ। ਕਿੰਨੀ ਕੁ ਲੰਮੀ ਕੰਧ ਹੋ ਸਕਦੀ, ਅੰਤ ਆਵੇਗਾ, ਬੱਚਾ ਥੱਲੇ ਡਿੱਗੇਗਾ ਹੀ ਨਾ। ਇਸੇ ਤਰ੍ਹਾਂ ਜ਼ਿੰਦਗੀ ਹੈ, ਜ਼ਿੰਦਗੀ ਦਾ ਅੰਤ ਵੀ ਇੱਕ ਦਿਨ ਆਵੇਗਾ, ਇਸਨੇ ਖਤਮ ਹੀ ਹੋ ਜਾਣਾ। ਇੱਕ ਕੁਦਰਤੀ ਅਕਾਲ ਪੁਰਖ ਦਾ ਬਣਾਇਆ ਹੋਇਆ ਸਿਸਟਮ ਹੈ। ਇੱਕ ਪੈਦਾ ਹੋ ਰਿਹਾ, ਦੂਜਾ ਮਰ ਵੀ ਰਿਹਾ। ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹੇ ਮਨੋ ਵਿਸਾਰੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਜਿਸ ਅਕਾਲ ਪੁਰਖ ਦੇ ਦਿੱਤੇ ਹੋਏ ਇਹ ਜਿੰਦ ਨੇ, ਪ੍ਰਾਣ ਨੇ, ਇਹ ਸੋਹਣੀ ਜਿਸਨੇ ਸਰੀਰ ਦਿੱਤਾ ਹੈ, ਇਹ ਜਿੰਦ ਦਿੱਤੀ ਹੈ, ਉਸ ਅਕਾਲ ਪੁਰਖ ਨੂੰ ਕਦੇ ਭੁਲਾਉਣਾ ਨਹੀਂ ਚਾਹੀਦਾ, ਉਸ ਨੂੰ ਚੇਤੇ ਰੱਖਣਾ ਚਾਹੀਦਾ ਹੈ। ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀ। ਆਪਣੀ ਜ਼ਿੰਦਗੀ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਆਪ ਸਵਾਰਨਾ ਸੀ। ਮਨੁੱਖੀ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਆਪ ਸਵਾਰ ਸਕਦਾ। ਹੁਣ ਦੇਖੋ, ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਵਾਂਗੇ, ਇਹਦਾ ਲਾਭ ਵੀ ਸਾਨੂੰ ਹੀ ਹੈ ਨਾ। ਅਸੀਂ ਸਮਾਜ ਦੇ ਵਿੱਚ ਪ੍ਰਵਾਨ ਹੋ ਜਾਵਾਂਗੇ। ਘਰਾਂ ਦੇ ਵਿੱਚ ਸਫਾਈ ਕੀਤੀ ਜਾਂਦੀ ਹੈ। ਪਹਿਲੇ ਸਮੇਂ ਦੇ ਵਿੱਚ ਜਦੋਂ ਘਰ ਦੇ ਵਿੱਚ ਮੈਰਿਜ ਹੋਣੀ, ਵਿਆਹ ਹੋਣੀ, ਰਿਸ਼ਤੇਦਾਰਾਂ ਨੇ ਆ ਕੇ ਘਰਾਂ ਦੇ ਵਿੱਚ ਕਈ ਨੇ ਰਹਿਣਾ। ਹੁਣ ਤਾਂ 2 ਘੰਟੇ ਆਉਂਦੇ ਨੇ, ਮੁੜ ਕੇ ਚਲੇ ਜਾਂਦੇ ਨੇ। ਹੁਣ ਜਦੋਂ ਘਰ ਦੇ ਵਿੱਚ ਸਫਾਈ ਕਰਦੇ ਆ, ਉਹਦਾ ਫਾਇਦਾ ਵੀ ਲਾਭ ਸਾਨੂੰ ਹੈ। ਡੈਕੋਰੇਸ਼ਨ ਜਿਹੜੀ ਕੀਤੀ ਜਾਂਦੀ ਹੈ, ਉਹਦਾ ਲਾਭ ਸਾਨੂੰ ਹੈ। ਘਰ ਦੇ ਵਿੱਚ ਕੋਈ ਪ੍ਰਾਹੁਣਾ ਆਉਂਦਾ ਹੈ, ਕਵੇ ਕਿ ਮੈਂ ਕਿਤੇ ਅੱਗੇ ਰਿਸ਼ਤੇਦਾਰ ਦੇ ਵਿੱਚ ਜਾਣਾ, ਰਸਤੇ ਦੇ ਵਿੱਚ ਤੁਹਾਡੇ ਕੋਲ ਰੁਕਾਂਗੇ, ਚਾਹ ਪਾਣੀ ਪੀ ਕੇ ਤੁਹਾਡੇ ਕੋਲ ਜਾਵਾਂਗੇ। ਹੁਣ ਐਤਵਾਰ ਹੋਵੇ, ਘਰਾਂ ਦੇ ਵਿੱਚ ਬੀਬੀਆਂ ਕਈ ਵਾਰ ਸੋਚਦੇ ਨੇ ਕਿ ਸਫਾਈ ਲੇਟ ਕਰਾਂਗੇ, ਪਰ ਜਦੋਂ ਸੁਣਦੇ ਨੇ ਕਿ ਗੈਸਟ ਆ ਰਹੇ ਨੇ, ਸਾਰੇ ਜਣੇ ਲੱਗਦੇ ਨੇ ਘਰ ਦੇ ਵਿੱਚ ਬੈੱਡ ਸ਼ੀਟ ਝਾੜਦੇ ਨੇ। ਘਰਾਂ ਦੇ ਵਿੱਚ ਕੂੜਾ ਕਾੜਾ ਜਿਹੜਾ ਪਿਆ ਹੁੰਦਾ ਹੈ ਉਹ ਸੁੱਟਿਆ ਜਾਂਦਾ ਹੈ। ਹੁਣ ਜਿਹੜੇ ਪ੍ਰਾਹੁਣੇ ਆਏ ਸੀ ਉਹ ਤਾਂ ਚਾਹ ਪੀ ਕੇ ਗਾਂ ਤੁਰ ਗਏ। ਹੁਣ ਸਫਾਈ ਕੀਤੀ, ਲਾਭ ਕਿਹਨੂੰ ਹੋਇਆ? ਉਹ ਸਾਨੂੰ ਹੀ ਹੋਇਆ, ਘਰ ਵਾਲੇ ਨੂੰ। ਇਸੇ ਤਰ੍ਹਾਂ ਜੇਕਰ ਅਸੀਂ ਬਾਣੀ ਪੜ੍ਹਦੇ ਹਾਂ ਨਾ, ਬਾਣੀ ਵਿਚਾਰਦੇ ਹਾਂ, ਇਹ ਨਾ ਸਮਝੀਏ ਕਿ ਅਸੀਂ ਕਿਸ ਦੇ ਸਿਰ ਅਹਿਸਾਨ ਕਰਨਾ, ਇਹਦਾ ਲਾਭ ਵੀ ਸਾਨੂੰ ਹੀ ਹੈ। ਜੇਕਰ ਬਾਣੀ ਪੜਾਂਗੇ ਸਾਡਾ ਜੀਵਨ ਸਵਾਰਿਆ ਜਾਣਾ ਹੈ। ਤੇ ਇਸ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ, ਆਪਣਾ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੇ, ਦੂਜਿਆਂ ਤੇ ਨਿਰਭਰ ਨਾ ਹੋ। ਕੋਈ ਦੂਜਾ ਬੰਦਾ ਤੇਰੇ ਜੀਵਨ ਨਹੀਂ ਸਵਾਰ ਸਕਦਾ। ਦੂਜੇ ਨੂੰ ਰਾਹ ਦੱਸਿਆ ਜਾ ਸਕਦਾ ਹੈ, ਪਰ ਤੁਰਨਾ ਨੂੰ ਆਪ ਪੈਣਾ ਹੈ। ਕਿਸ ਦਾ ਕਾਰੋਬਾਰ ਆਰੰਭ ਕਰਕੇ ਸ਼ੁਰੂ ਕਰਕੇ ਦਿੱਤਾ ਜਾ ਸਕਦਾ, ਉਸ ਕਾਰੋਬਾਰ ਨੂੰ ਸਫਲ ਕਿਸ ਤਰ੍ਹਾਂ ਕਰਨਾ ਹੈ, ਉਹਨੂੰ ਆਪ ਮਿਹਨਤ ਕਰਨੀ ਪੈਣੀ ਹੈ। ਕੋਈ ਰੋਟੀ ਬਣਾ ਕੇ ਅੱਗੇ ਧਰ ਸਕਦਾ ਹੈ, ਖਾਣਾ ਸਾਨੂੰ ਆਪ ਪੈਣਾ ਹੈ। ਜੇਕਰ ਖਾਵਾਂਗੇ ਤਾਂ ਸਾਡੇ ਬੋਡੀ ਨੂੰ ਜਿਹੜੀ ਖੁਰਾਕ ਚਾਹੀਦੀ ਹੈ ਉਹ ਪ੍ਰਾਪਤ ਹੋ ਸਕਦੀ ਹੈ। ਤੇ ਨਹੀਂ ਤਾਂ ਜੇਕਰ ਬੰਦਾ ਬਿਮਾਰ ਹੋਵੇ ਤਾਂ ਉਸ ਦੇ ਸਰੀਰ ਨੂੰ ਉਨੀ ਖੁਰਾਕ ਜਿਹੜੀ ਉਹ ਮਿਲ ਨਹੀਂ ਸਕਦੀ। ਇਸੇ ਤਰ੍ਹਾਂ ਅਸੀਂ ਬੱਧਾ ਚੱਟੀ ਨਾ ਕਰੀਏ, ਮਨ ਦੇ ਚਾਅ ਦੇ ਨਾਲ ਗੁਰਬਾਣੀ ਪੜ੍ਹੀਏ, ਬਾਣੀ ਨੂੰ ਵਿਚਾਰ ਕੇ ਆਪਣੇ ਜੀਵਨ ਦੇ ਵਿੱਚ ਅਸੀਂ ਕਮਾਉਣਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਪੌੜੀ ਦੇ ਵਿੱਚ ਇਹ ਸਮਝਾਇਆ ਹੈ ਕਿ ਜੇਕਰ ਆਪਣੀ ਜ਼ਿੰਦਗੀ ਨੂੰ ਸਵਾਰਨ ਦੀ ਜ਼ਿੰਮੇਵਾਰੀ ਆਪ ਲੈ ਕੇ ਜ਼ਿੰਦਗੀ ਨੂੰ ਸਵਾਰੇਗਾ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਆਖਿਆ ਤੇਰਾ ਜੀਵਨ ਬੜਾ ਸੋਹਣਾ ਬਣ ਜਾਵੇਗਾ। ਜਿਸ ਕੀ ਜੀ ਪ੍ਰਾਣ ਹੈ ਕਿ ਸਾਹ ਮਨੋਂ ਵਿਸਾਰੀ ਹੈ, ਉਸ ਅਕਾਲ ਪੁਰਖ ਨੂੰ ਕਦੇ ਭੁਲਾਵੀਂ ਨਾ। ਤੂੰ ਸਮਰੱਥ ਅਕਥ ਅਗੋਚਰ, ਜਿਉ ਪਿੰਡ ਤੇਰੀ ਰਾਸ, ਰਹਿਮ ਤੇਰੀ ਸੁਖ ਪਾਇਆ। ਸਦਾ ਨਾਨਕੀ ਅਰਦਾਸ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸ ਪਾਵਨ ਪੌੜੀ ਦੇ ਵਿੱਚ ਸਾਨੂੰ ਆਪਣੀ ਜ਼ਿੰਦਗੀ ਦੇ ਕਾਜ ਸਵਾਰਨ ਦੀ ਜ਼ਿੰਮੇਵਾਰੀ ਦਿੱਤੀ ਹੈ। ਇਹ ਭਾਰ ਸਾਡੇ ਮੋਢਿਆਂ ਤੇ ਪਾਇਆ ਹੈ ਕਿ ਆਪਣੀ ਜ਼ਿੰਦਗੀ ਨੂੰ ਹੀ ਭਲਿਆ ਆਪ ਸਵਾਰ। ਇੱਕ ਮਨੁੱਖੀ ਹੈ ਜਿਹੜਾ ਆਪਣੀ ਜ਼ਿੰਦਗੀ ਨੂੰ ਆਪ ਸਵਾਰ ਸਕਦਾ ਹੈ। ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਕਾਜ ਨੂੰ ਸਵਾਰਾਂਗੇ, ਸਾਡੀਆਂ ਅੱਖਾਂ ਚੰਗਾ ਵੇਖਣਗੀਆਂ, ਇਹ ਕੰਨ ਚੰਗਾ ਸੁਣਨਗੇ, ਇਹ ਜੀਭ ਚੰਗਾ ਬੋਲੇਗੀ, ਇਹ ਹੱਥ ਚੰਗਾ ਕਰਨਗੇ, ਇਹ ਪੈਰ ਚੰਗੇ ਰਸਤੇ ਤੇ ਤੁਰਨਗੇ। ਇਹ ਹੈਗੇ ਨੇ ਮਨ ਦੇ ਕਾਜ। ਤੇ ਸਰੀਰ ਦੇ ਕਾਜ ਨੇ ਉਹ ਜਿਹੜੇ ਆਪਾਂ ਸਮਝ ਲੈਣੇ, ਸਰੀਰ ਦੇ ਕਾਜ ਅਲੱਗ ਨੇ,
ਮਨ ਦੇ ਕਾਜ ਰਗ ਨੇ, ਆਪਣ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਐ। ਸੋ ਸਾਨੂੰ ਲੋੜ ਹੈ ਕਿ ਆਪਣੀ ਜ਼ਿੰਦਗੀ ਦੇ ਕਾਜ ਨੂੰ ਅਸੀਂ ਆਪ ਸਵਾਰਨਾ ਹੈ। ਜਦੋਂ ਸਵਾਰਾਂਗੇ ਤਾਂ ਆਪ ਸਵਾਰੈ। ਮੈਂ ਮਿਲਾਂ ਮੈਂ ਮਿਲਿਆ ਸੁਖ ਹੋਏ, ਜੇ ਤੂੰ ਮੇਰਾ ਹੋਏ ਰਹੈਂ, ਸਭ ਜਗ ਤੇਰਾ ਹੋਇਆ। ਅਸੀਂ ਕਈ ਵਾਰ ਕਹਿ ਦਿੰਦੇ ਹਾਂ ਅਕਾਲ ਪੁਰਖ ਦੇ ਨਾਲ ਸਾਂਝ ਪਾਉਣੀ, ਅਕਾਲ ਪੁਰਖ ਨੂੰ ਪ੍ਰਾਪਤ ਕਰਨਾ, ਉਹ ਇਹੀ ਹੈ ਆਪਣੇ ਆਪ ਨੂੰ ਸਵਾਰਨਾ। ਆਪ ਸਵਾਰੈ ਮੈਂ ਮਿਲਾਂ, ਆਪਣੇ ਆਪ ਨੂੰ ਸਵਾਰੇਗਾ, ਇਹ ਹੈ ਰੱਬ ਦੀ ਅਕਾਲ ਪੁਰਖ ਦੀ ਪ੍ਰਾਪਤੀ। ਸੋ ਕੋਸ਼ਿਸ਼ ਕਰੀਏ ਆਪਣੀ ਜ਼ਿੰਦਗੀ ਨੂੰ ਆਪ ਸਵਾਰੀਏ, ਦੂਜਿਆਂ ਤੇ ਨਿਰਭਰ ਨਾ ਹੋਈਏ। ਆਪਣੀ ਜੀਵਨ ਦੀ ਘਾੜਤ ਅਸੀਂ ਆਪ ਘੜਨੀ ਹੈ, ਤਾਂ ਹੀ ਅਸੀਂ ਸਮਾਜ ਦੇ ਵਿੱਚ ਪ੍ਰਵਾਨ ਹੋ ਸਕਦੇ ਹਾਂ। ਇਹ ਸਿੱਖਿਆ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 20 ਨੰਬਰ ਪੌੜੀ ਦੇ ਰਾਹੀਂ ਸਾਨੂੰ ਦਿੱਤੀ ਹੈ।